ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਅੱਜ ਆਪਾਂ ਗੱਲ ਕਰਾਂਗੇ ਨਰਮੇ ਦੀ ਫਸਲ ਤੇ ਆਉਣ ਵਾਲੀ ਗੁਲਾਬੀ ਸੁੰਡੀ ਬਾਰੇ। ਗੁਲਾਬੀ ਸੁੰਡੀ ਦੇ ਕੀ ਲੱਛਣ ਹੈ, ਗੁਲਾਬੀ ਸੁੰਡੀ ਦੀ ਰੋਕਥਾਮ, ਗੁਲਾਬੀ ਸੁੰਡੀ ਦਾ ਨੁਕਸਾਨ ਕੀ ਨੁਕਸਾਨ ਹੈ। ਤਾਂ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਆਪਾਂ ਗੱਲ ਕਰਦੇ ਹਾਂ ਇਸ ਟਾਈਮ ਜਿਹੜੀ ਆਪਣੀ ਨਰਮੇ ਦੀ ਫਸਲ ਹੈ ਉਸ ਤੇ ਆਉਣ ਵਾਲੀ ਗੁਲਾਬੀ ਸੁੰਡੀ ਖਾਤਰ ਤੁਸੀਂ ਕਿਵੇਂ ਜਾਗਰੂਕ ਰਹਿਣਾ ਹੈ ਤੇ ਆਪਦੇ ਆਸੀ ਪੜੋਸੀ ਕਿਸਾਨ ਵੀਰਾਂ ਨੂੰ ਕਿਵੇਂ ਜਾਗਰੂਕ ਰੱਖਣਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਗੁਲਾਬੀ ਸੁੰਡੀ ਦੇ ਤੁਹਾਨੂੰ ਖੁਦ ਨੂੰ ਲੱਛਣ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਗੁਲਾਬੀ ਸੁੰਡੀ ਕਿੱਥੇ ਮਿਲੂਗੀ, ਪੌਦੇ ਤੇ ਗੁਲਾਬੀ ਸੁੰਡੀ ਪੈਦਾ ਕਿੱਥੋਂ ਹੁੰਦੀ ਹੈ ਜਾਂ ਪੌਦੇ ਦੇ ਅੰਦਰ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਲੱਭ ਸਕਦੇ ਹੋ ਗੁਲਾਬੀ ਸੁੰਡੀ ਨੂੰ, ਵੀ ਤੁਹਾਡੇ ਖੇਤ ਦੇ ਅੰਦਰ ਗੁਲਾਬੀ ਸੁੰਡੀ ਹੈ ਜਾਂ ਨਹੀਂ ਹੈ। ਤਾਂ ਕਿਸਾਨ ਵੀਰੋ ਗੁਲਾਬੀ ਸੁੰਡੀ ਹੈ ਜਿਹੜੀ ਉਹ ਸਿਰਫ ਫੁੱਲ ਦੇ ਅੰਦਰ ਹੀ ਮਿਲੂਗੀ ਤੁਹਾਨੂੰ। ਜਿਹੜਾ ਤੁਹਾਡਾ ਨਰਮੇ ਦਾ ਫੁੱਲ ਹੈ ਫੁੱਲ ਦੇ ਅੰਦਰ ਹੀ ਮਿਲੂਗੀ, ਉਹ ਕਿਸੇ ਪੱਤੇ ਤੇ ਨਰਮੇ ਦੇ ਤੁਹਾਡੇ ਪੌਦੇ ਦੀ ਜੜ ਦੇ ਵਿੱਚ ਜਾਂ ਇਹ ਜਾਂ ਕੁਝ ਨਹੀਂ ਹੈ। ਗੁਲਾਬੀ ਸੁੰਡੀ ਤੁਹਾਨੂੰ ਫੁੱਲ ਦੇ ਅੰਦਰ ਹੀ ਮਿਲੂਗੀ। ਜਿਵੇਂ ਕਈ ਕਿਸਾਨ ਵੀਰ ਕੀ ਹੈ ਪੱਤੇ ਦੇਖ ਰਹੇ ਹੈ, ਪੱਤਿਆਂ ਨੂੰ ਪੌਦੇ ਨੂੰ ਪੂਰੇ ਨੂੰ ਚੈੱਕ ਕਰ ਰਹੇ ਹੈ, ਉਹ ਰੂਟ ਦੇ ਕੋਲੋਂ ਮਿੱਟੀ ਹਟਾ ਕੇ ਦੇਖ ਰਹੇ ਹੈ, ਤਾਂ ਉਹੋ ਜੇ ਭਰਮ ਚ ਨਾ ਪਾਓ, ਉਹੋ ਜਿਹਾ ਕੁਝ ਨਹੀਂ ਹੈ, ਉਹ ਸਿਰਫ ਤੁਹਾਨੂੰ ਫੁੱਲ ਦੇ ਅੰਦਰ ਹੀ ਮਿਲੂਗੀ। ਔਰ ਦੂਜੀ ਗੱਲ ਇਹ ਕਈ ਕਿਸਾਨ ਵੀਰ ਜ਼ਿਆਦਾਤਰ ਆਪਾਂ ਦੇਖਿਆ ਹੋਊਗਾ, ਜ਼ਿਆਦਾਤਰ ਮਤਲਬ ਹਰੇਕ ਖੇਤ ਦਾ ਹਰੇਕ ਨਰਮੇ ਦਾ ਪੌਦਾ ਹੈ ਜਿਹੜਾ ਉਹਦੇ ਜਿਹੜਾ ਫੁੱਲ ਜਿਵੇਂ ਲੱਗ ਰਿਹਾ ਤਾਂ ਉਹ ਪੂਰੇ ਦਾ ਪੂਰਾ ਆਏ ਹੋਇਆ ਪਿਆ। ਤਾਂ ਹਰ ਨਰਮੇ ਦੇ ਖੇਤ 'ਚ ਹਰ ਜਗ੍ਹਾ ਇਹ ਕੋਈ ਉਹ ਨਹੀਂ ਹੈ ਕਿ ਹਾਂ ਸੁੰਡੀ ਦੀ ਵਜ੍ਹਾ ਨਾਲ ਹੀ ਹੋਇਆ ਵਾ ਇਹ ਫੁੱਲ ਐਂਡ ਫਾਈਨਲ। ਇਹ ਕੀ ਹੈ ਇਸ ਸਾਲ ਤੁਸੀਂ ਨੋਟ ਕੀਤਾ ਹੋਣਾ ਹੈ ਕਿ ਤੁਹਾਡੇ ਖੇਤ ਦੇ ਅੰਦਰ ਜਿਹੜੇ ਆਪਾਂ ਨਰਮਾ ਚੁੱਕ ਕੇ ਤੇ ਨਰਮਾ ਆਪਾਂ ਅੰਦਰ ਕਮਰੇ 'ਚ ਜਾਂ ਗੋਦਾਮ 'ਚ ਸਿੱਟਦੇ ਹਾਂ ਤਾਂ ਉੱਥੇ ਕਾਲੇ ਜੇ ਮੱਛਰ ਆ ਜਾਂਦੇ ਆ, ਤਾਂ ਉਹ ਮੱਛਰ ਤੁਹਾਡੇ ਖੇਤ 'ਚ ਇਸ ਸਾਲ ਬਹੁਤ ਜ਼ਿਆਦਾ ਹੈ। ਤਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਜਿਹੜਾ ਅਦਰ ਇਨਸੈਕਟ ਹੈ ਨਾ, ਉਹ ਮੱਛਰ ਜਾਂ ਕੁਝ ਵੀ ਉੱਡਣ ਵਾਲਾ ਜਾਂ ਉਹ ਜਿਵੇਂ ਹੀ ਇਹਨੂੰ ਉਹ ਟੱਚ ਕਰਦਾ ਤਾਂ ਇਹ ਖੁੱਲ੍ਹ ਜਾਂਦੀ ਹੈ। ਜ਼ਰੂਰੀ ਨਹੀਂ ਵੀ ਇਹ ਸਿਰਫ ਤੁਹਾਡਾ ਸੁੰਡੀ ਵਾਲੇ ਪਤੰਗੇ ਨੇ ਜਾਂ ਸੁੰਡੀ ਨੇ ਜਾਂ ਉਸੇ ਚੀਜ਼ ਨਹੀਂ ਖੋਲਿਆ ਹੋਇਆ। ਤਾਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਬਹੁਤ ਜ਼ਿਆਦਾ ਕਿਸਾਨ ਘਬਰਾਏ ਹੋਏ ਆ, ਉਹ ਸਾਰੇ ਖੇਤ 'ਚ ਦੇਖ ਕੇ ਮਤਲਬ ਜ਼ਿਆਦਾਤਰ ਕਈ ਥਾਂ ਮੱਛਰ ਦਾ ਉਹ ਅਟੈਕ ਜ਼ਿਆਦਾ ਹੋਣ ਦੀ ਵਜ੍ਹਾ ਨਾਲ, ਉਹ ਜਿਹੜਾ ਨਰਮੇ ਵਾਲਾ ਉਹ ਕਾਲਾ ਭੁੰਡੀ ਜੀ ਹੁੰਦੀ ਆ ਉਹਦਾ ਅਟੈਕ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਤਾਂ ਬਹੁਤ ਜ਼ਿਆਦਾ ਇਹ ਕੰਡੀਸ਼ਨ ਹੈ ਕਿ ਉਹਦੇ ਜਿਹੜੇ ਫਲਾਵਰ ਹੈ ਉਹ ਐਂ ਖੁੱਲ੍ਹੇ ਹੋਏ ਆ। ਤਾਂ ਕਿਸਾਨ ਵੀਰੋ ਤੁਸੀਂ ਅਗਰ ਫੁੱਲ ਜਾਂ ਤੁਸੀਂ ਤੁਹਾਡੇ ਖੇਤ 'ਚ ਨਰਮੇ ਦੇ ਪੌਦੇ ਨੂੰ ਦੇਖ ਕੇ ਜਾਂ ਪੂਰੇ ਖੇਤ ਨੂੰ ਦੇਖ ਕੇ ਤੁਹਾਨੂੰ ਗੁਲਾਬੀ ਸੁੰਡੀ ਦੀ ਪਹਿਚਾਣ ਨਹੀਂ ਆਉਂਦੀ ਜਾਂ ਗੁਲਾਬੀ ਸੁੰਡੀ ਤੁਸੀਂ ਨਹੀਂ ਦੇਖ ਪਾ ਰਹੇ ਵੀ ਯਾਰ ਆਪਣੇ ਖੇਤ 'ਚ ਗੁਲਾਬੀ ਸੁੰਡੀ ਹੈ ਜਾਂ ਨਹੀਂ ਹੈ, ਤਾਂ ਇਸ ਚੀਜ਼ 'ਤੇ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਐਗਰੀਕਲਚਰ ਡਿਪਾਰਟਮੈਂਟ ਸਾਰੇ ਕ੍ਰਿਸ਼ੀ ਵਿਸ਼ੇਸ਼ੱਗ ਬਹੁਤ ਜ਼ੋਰ ਸ਼ੋਰ ਨਾਲ ਰੌਲਾ ਪਾਉਣ ਲੱਗੇ ਪਏ ਆ ਵੀ ਫੋਰਾਮਨ ਟਰੈਪ ਲਾਓ, ਫੋਰਾਮਨ ਟਰੈਪ ਲਾਓ। ਉਹ ਟਰੈਪ ਐਸੇ ਚੀਜ਼ ਖਾਤਰ ਹੀ ਹੈ ਕਿ ਤਾਂ ਕਿ ਤੁਸੀਂ ਜਾਗਰੂਕ ਹੋ ਜਾਓ ਤੁਹਾਡੇ ਖੇਤ 'ਚ ਸੁੰਡੀ ਹੈ ਜਾਂ ਨਹੀਂ, ਤੁਹਾਡੇ ਖੇਤ 'ਚ ਪਤੰਗੇ ਗੁਲਾਬੀ ਸੁੰਡੀ ਵਾਲੇ ਆ ਰਹੇ ਆ ਜਾਂ ਨਹੀਂ ਆ ਰਹੇ। ਪਤੰਗੇ ਆ ਰਹੇ ਹੈ ਤਾਂ ਗੁਲਾਬੀ ਸੁੰਡੀ ਵੀ ਆਊਗੀ ਜਿਨ੍ਹਾਂ ਨੇ ਗੁਲਾਬੀ ਸੁੰਡੀ ਨੂੰ ਪੈਦਾ ਕਰਨਾ ਹੈ। ਤਾਂ ਉਸ ਖਾਤਰ ਪੂਰਾ ਡਿਪਾਰਟਮੈਂਟ ਪੂਰੇ ਕ੍ਰਿਸ਼ੀ ਵਿਸ਼ੇਸ਼ੱਗ ਹੈ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਹੈ ਵੀ ਫੋਰਾਮਨ ਟਰੈਪ ਲਾਓ। ਫੋਰਾਮਨ ਟਰੈਪ ਕੀ ਚੀਜ਼ ਹੈ, ਹੁਣ ਕਈ ਕਿਸਾਨ ਵੀਰਾਂ ਨੂੰ ਕਈ ਸਮਝਦਾਰ ਹੈ, ਕਈ ਕਿਸਾਨ ਵੀਰ ਬਿਲਕੁਲ ਹੀ ਨਹੀਂ ਇਸ ਚੀਜ਼ ਬਾਰੇ ਜਾਣਦੇ ਕਿ ਫੋਰਾਮਨ ਟਰੈਪ ਕੀ ਚੀਜ਼ ਹੈ। ਤਾਂ ਕਿਸਾਨ ਵੀਰੋ ਤੁਸੀਂ ਇਹ ਸਾਲ ਥੋੜਾ ਹਟ ਕੇ ਸਾਲ ਹੈ ਹਰ ਸਾਲਾਂ ਤੋਂ। ਕਈ ਵਾਰ ਕੀ ਹੁੰਦਾ ਹੈ ਆਪਾਂ ਕਿਸਾਨ ਵੀਰ ਕਿਸੇ ਦੂਜੀ ਆਸੀ ਪੜੋਸੀ ਨੂੰ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਉਹ ਦੱਸਦੇ ਵੀ ਨਹੀਂ, ਲੇਕਿਨ ਇਸ ਸਾਲ ਤੁਸੀਂ ਆਪਦੇ ਆਸੀ ਪੜੋਸੀ ਅਗਰ ਕਿਸੇ ਕਿਸਾਨ ਵੀਰ ਨੂੰ ਨਹੀਂ ਪਤਾ ਤਾਂ ਉਹਨੂੰ ਤੁਸੀਂ ਆਪਣੇ ਨਾਲੋਂ ਪਹਿਲਾਂ ਜਾਗਰੂਕ ਕਰਨਾ ਹੈ। ਕਿਉਂਕਿ ਅਗਰ ਉਸ ਦੇ ਖੇਤ 'ਚ ਕਿਸੇ ਤਰੀਕੇ ਦਾ ਇਨਸੈਕਟ ਆ ਗਿਆ ਤਾਂ ਉਹ ਤੁਹਾਡੇ ਖੇਤ 'ਚ ਵੀ ਆ ਸਕਦਾ ਹੈ। ਤਾਂ ਤੁਸੀਂ ਅਗਰ ਤੁਸੀਂ ਜਾਣਦੇ ਹੋ ਕਿ ਟਰੈਪ ਕੀ ਚੀਜ਼ ਹੈ ਤਾਂ ਤੁਸੀਂ ਉਹਨੂੰ ਟਰੈਪ ਬਾਰੇ ਦੱਸਣਾ ਹੈ। ਫਿਰ ਅਗਰ ਕੋਈ ਕਿਸਾਨ ਵੀਰ ਬਿਲਕੁਲ ਵੀ ਨਹੀਂ ਜਾਣਦਾ ਤਾਂ ਤੁਹਾਡੇ ਪਿੰਡ ਦਾ ਗ੍ਰਾਮ ਸੇਵਕ ਜਾਂ ਕੋਈ ਨਜ਼ਦੀਕੀ ਕ੍ਰਿਸ਼ੀ ਵਿਸ਼ੇਸ਼ੱਗ ਹੈ ਤਾਂ ਤੁਸੀਂ ਉਹਨਾਂ ਨੂੰ ਮਿਲੋ, ਟਰੈਪ ਬਾਰੇ ਉਹਨਾਂ ਤੋਂ ਜਾਣਕਾਰੀ ਪਾਓ। ਫਿਰ ਵੀ ਮੈਂ ਤੁਹਾਨੂੰ ਮੋਟਾ ਇਸ ਦੇ ਅੰਦਰ ਟਰੈਪ ਦਾ ਦੱਸ ਦਿੰਦਾ। ਤਾਂ ਕਿਸਾਨ ਵੀਰੋ ਇਹ ਫੋਰਾਮਨ ਟਰੈਪ ਤੇ ਇਹ ਇਹਦੇ ਅੰਦਰ ਲੱਗਣ ਵਾਲੀ ਲਿਓਰ ਮਤਲਬ ਦੇਸੀ ਭਾਸ਼ਾ 'ਚ ਤੁਸੀਂ ਐਂ ਕਹਿ ਲਓ ਵੀ ਕੈਪਸੂਲ, ਜਿਹਦੀ ਸੁਗੰਧ ਨਾਲ ਤੁਹਾਡੇ ਪਤੰਗੇ ਹੈ ਉਹ ਇਸ ਦੇ ਅੰਦਰ ਆਉਣੇ ਆ। ਤਾਂ ਇਹਦੇ ਅੰਦਰੋਂ ਜਿਹੜੀ ਇੱਕ ਲਿਓਰ ਨਿਕਲੂਗੀ, ਇੱਕ ਲਿਓਰ ਉਹ ਇਸ ਜਗ੍ਹਾ ਇਹਦੇ ਅੰਦਰ ਇੱਥੇ ਫਿੱਟ ਹੋ ਜੂਗੀ। ਤੁਸੀਂ ਇਹਨੂੰ ਖੇਤ ਦੇ ਅੰਦਰ ਲਾਉਣਾ ਕਿਵੇਂ ਹੈ, ਆ ਲਿਓਰ ਇਹਦੇ ਅੰਦਰ ਫੋਰਾਮਨ ਟਰੈਪ ਦੇ ਅੰਦਰ ਲਾਉਣ ਬਾਅਦ ਚੋਂ ਆ ਸਾਈਡ ਦਾ ਜਿਹੜਾ ਇੱਥੇ ਬਿਲਕੁਲ ਸਿੱਧਾ ਲਾਉਣਾ ਹੈ ਇਹਨੂੰ, ਸਿੱਧਾ ਕੋਈ ਪਤਲਾ ਡੰਡਾ ਲੈ ਕੇ। ਔਰ ਇਹਨੂੰ ਤੁਸੀਂ ਇਹ ਧਿਆਨ ਰੱਖਿਓ ਕਿ ਨਰਮੇ ਦਾ ਜਿਹੜਾ ਤੁਹਾਡਾ ਪੌਦਾ ਹੈ ਉਹ ਤੋਂ 1 ਫੁੱਟ ਦੇ ਅੰਦਰ ਹੀ ਉੱਚਾ ਰੱਖਣਾ ਹੈ, 1 ਫੁੱਟ ਹੀ ਉੱਚਾ ਰੱਖਣਾ ਹੈ।
1 ਫੁੱਟ ਉੱਚਾ ਆਪਾਂ ਤਾਂ ਰੱਖਣਾ ਹੈ ਕਿ ਜਿਹੜੇ ਤੁਹਾਡੇ ਪਤੰਗੇ ਫਲਾਵਰ ਦੀ ਸਮੈਲ ਤੇ ਆਉਣੇ ਹੈ, ਉਹ ਪਤੰਗੇ ਉਹ ਫਲਾਵਰ ਦੀ ਸਮੈਲ ਨਾਲੋਂ ਪਹਿਲਾਂ ਜਿਹੜੀ ਇਹਦੇ ਅੰਦਰ ਲਿਓਰ ਜਾਂ ਕੈਪਸੂਲ ਲੱਗਿਆ ਹੋਇਆ ਹੈ ਉਹ ਐਸ ਤੇ ਆਉਣ, ਨਾ ਕਿ ਉਸ ਫੁੱਲ ਤੇ ਆਉਣ। ਤਾਂ ਕਰਕੇ ਆਪਾਂ ਇਹਨੂੰ 1 ਫੁੱਟ ਉੱਚਾ ਲਾਉਣਾ ਹੈ। ਐ ਵੀ ਨਹੀਂ ਲਾਉਣਾ ਜਿਵੇਂ ਮੈਂ ਇੱਕ ਰਸਤੇ 'ਚ ਜਾਂਦੇ ਹੋਏ ਦੇਖਿਆ ਸੀਗਾ ਕਿ ਉਹਨਾਂ ਨੇ 6-6 ਫੁੱਟੇ ਗੱਡ ਕੇ ਟੰਬੇ ਤੇ ਉੱਤੇ ਉਹਨਾਂ ਦੇ ਟਰੈਪ ਲਾ ਰੱਖੇ ਹੈ। ਤਾਂ ਉਹ ਖੇਤ 'ਚ ਆਪਾਂ ਉਹ ਬੂਟੇ ਨਹੀਂ ਲਾਉਣੇ ਪਸ਼ੂਆਂ ਨੂੰ ਡਰਾਉਣ ਵਾਲੇ, ਟਰੈਪ ਲਾਉਣੇ ਆ ਜਿਹੜੇ ਸਿਰਫ ਤੁਹਾਡੇ ਪੌਦੇ ਤੋਂ, ਨਰਮੇ ਦੇ ਪੌਦੇ ਤੋਂ 1 ਫੁੱਟ ਹੀ ਉੱਚਾ ਹੋਵੇ ਔਰ ਬਿਲਕੁਲ ਐ ਸਿੱਧਾ ਹੋਵੇ। ਕਿਸੇ ਨੇ ਐਂ ਕਰਕੇ ਲਾ ਰੱਖਿਆ, ਕਿਸੇ ਨੇ ਐਂ ਕਰਕੇ ਲਾ ਰੱਖਿਆ, ਤਾਂ ਉਹ ਐਂ ਲਾਉਣ ਦਾ ਕੋਈ ਫਾਇਦਾ ਨਹੀਂ। ਬਿਲਕੁਲ ਸਿੱਧਾ ਟਰੈਪ ਲੱਗਣਾ ਚਾਹੀਦਾ ਹੈ ਔਰ ਲਗਭਗ 1 ਫੁੱਟ ਦੀ ਦੂਰੀ ਤੇ ਪੌਦੇ ਤੋਂ ਉਚਾਈ ਤੇ ਲੱਗਣਾ ਹੈ ਟਰੈਪ। ਇਹ ਫੋਰਾਮਨ ਟਰੈਪ ਹੈ ਜਿਹੜੇ ਇਹ ਤੁਹਾਡੇ ਖੇਤ ਦੇ ਅੰਦਰ 1 ਏਕੜ ਦੇ ਅੰਦਰ 8 ਤੱਕ ਲੱਗਣਗੇ। 6 ਤੋਂ ਲੈ ਕੇ 8 ਤੱਕ 6 ਤੋਂ ਲੈ ਕੇ 8 ਤੱਕ ਤੁਹਾਡੇ ਖੇਤ ਦੇ ਅੰਦਰ ਫੋਰਾਮਨ ਟਰੈਪ ਲੱਗਣਗੇ। ਔਰ ਇਹ ਤੁਹਾਨੂੰ ਜਦੋਂ ਇਸ ਦੇ ਅੰਦਰ ਪਤੰਗੇ ਆਉਣਗੇ ਤਾਂ ਤੁਸੀਂ ਉਸ ਨਾਲ ਜਾਗਰੂਕ ਹੋ ਜਾਓਗੇ ਕਿ ਆਪਣੇ ਖੇਤ 'ਚ ਗੁਲਾਬੀ ਸੁੰਡੀ ਦਾ ਡਰ ਹੈ, ਗੁਲਾਬੀ ਸੁੰਡੀ ਦੇ ਪਤੰਗੇ ਆ ਰਹੇ ਹੈ, ਤਾਂ ਤੁਸੀਂ ਉਸ ਤੋਂ ਰਿਲੇਟਡ ਜਿਹੜੀ ਗੁਲਾਬੀ ਸੁੰਡੀ ਤੋਂ ਰਿਲੇਟਡ ਸਪਰੇਅ ਕਰਨੀ ਹੈ ਉਹ ਤੁਸੀਂ ਕਰ ਸਕੋ। ਤਾਂ ਤੁਸੀਂ ਇਹ ਆਪਣੇ ਤਾਂ ਫੋਰਾਮਨ ਟਰੈਪ ਲਾਉਣੇ ਹੀ ਲਾਉਣੇ ਆ। ਤੁਸੀਂ ਤੁਹਾਡੇ ਪੜੋਸੀ ਜਿੰਨੇ ਵੀ ਕੋਸ਼ਿਸ਼ ਕਰੋ ਵੀ ਤੁਸੀਂ ਤੁਹਾਡੇ ਚੱਕ 'ਚ ਇਹੋ ਜੀ ਲਹਿਰ ਬਣਾ ਸਕੋ ਜਾਂ ਇਹੋ ਜੀ ਕੜੀ ਬਣਾ ਸਕੋ ਕਿ ਪੂਰੇ ਦਾ ਪੂਰਾ ਤੁਹਾਡਾ ਚੱਕ ਹੈ ਜਿਹੜਾ ਫੋਰਾਮਨ ਟਰੈਪ ਲਾ ਲੇ, ਤਾਂ ਕਿ ਤੁਹਾਡੇ ਪੂਰੇ ਚੱਕ 'ਚ ਜਾਂ ਤੁਹਾਡੇ ਪੂਰੇ ਮਤਲਬ ਉਸ ਰਕਬੇ 'ਚ ਤੁਹਾਨੂੰ ਪਤਾ ਲੱਗ ਜੇ ਕਿ ਕਿਸ ਦੇ ਖੇਤ 'ਚ ਪਤੰਗੇ ਆ ਰਹੇ ਹੈ, ਤਾਂ ਕਿ ਤੁਸੀਂ ਸਾਰੇ ਰਲ ਮਿਲ ਕੇ ਤੁਸੀਂ ਆਪਦੇ ਖੇਤ ਨੂੰ ਸੰਭਾਲ ਸਕੋ, ਤੁਹਾਡਾ ਪੜੋਸੀ ਆਪਦੇ ਖੇਤ ਨੂੰ ਸੰਭਾਲ ਸਕੇ। ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਆਪ ਵੀ ਫੋਰਾਮਨ ਟਰੈਪ ਬਾਰੇ ਜਾਗਰੂਕ ਹੋ ਤੇ ਦੂਜੇ ਪੜੋਸੀ ਕਿਸਾਨ ਵੀਰਾਂ ਨੂੰ ਵੀ ਫੋਰਾਮਨ ਟਰੈਪ ਬਾਰੇ ਜਾਗਰੂਕ ਕਰੋ। ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਖੇਤ ਦੇ ਅੰਦਰ 4 ਤੋਂ 6 ਟਰੈਪ ਲਾਓ। ਪੂਰੇ ਜਾਗਰੂਕ ਹੋ ਜਾਓ ਕਿ ਯਾਰ ਹਾਂ ਆਪਾਂ ਆਪਣੇ ਖੇਤ ਦੇ ਅੰਦਰ ਹੁਣ ਸਪਰੇਅ ਕਰਨੀ ਹੈ। ਅਗਰ ਤੁਸੀਂ ਪੂਰੇ ਦਾ ਪੂਰਾ ਚੱਕ ਟਰੈਪ ਲਾ ਲੈਂਦੇ ਹੋ ਤਾਂ ਸ਼ਾਇਦ ਇਹੋ ਜੀ ਕੰਡੀਸ਼ਨ ਵੀ ਆ ਸਕਦੀ ਹੈ ਕਿ ਤੁਹਾਨੂੰ ਕਿਸੇ ਸਪਰੇਅ ਵਾਲੇ ਜਾਂ ਕਿਸੇ ਵੱਲ ਚੱਕਣਾ ਹੀ ਨਾ ਪਵੇ। ਤੁਸੀਂ ਪੂਰੇ ਚੱਕ 'ਚ ਟਰੈਪ ਲਾ ਲੈਂਦੇ ਹੋ ਤਾਂ ਪਤੰਗੇ ਜਿਹੜੇ ਆ ਉਹ ਸਾਰੇ ਦੇ ਸਾਰੇ ਫੋਰਾਮਨ ਟਰੈਪ ਦੇ ਅੰਦਰ ਆਉਂਦੇ ਰਹਿੰਦੇ ਆ, ਤਾਂ ਸ਼ਾਇਦ ਇਹੋ ਜੀ ਪੋਜੀਸ਼ਨ ਨਾ ਆਵੇ। ਤਾਂ ਜਦੋਂ ਤੁਹਾਡੇ ਟਰੈਪ ਲਾਉਣ ਬਾਅਦ ਜੋ ਤੁਹਾਡੇ ਕੀਟ ਪਤੰਗੇ ਗੁਲਾਬੀ ਸੁੰਡੀ ਵਾਲੇ ਪਤੰਗੇ ਹੈ ਉਹ ਜਦੋਂ ਐਸ 'ਚ ਆਉਣ ਲੱਗ ਗਏ, ਤੁਸੀਂ ਸਪਰੇਅ ਕਰਨੀ ਹੈ। ਤੁਸੀਂ ਆਪਦੇ ਨਜ਼ਦੀਕੀ ਕ੍ਰਿਸ਼ੀ ਵਿਸ਼ੇਸ਼ੱਗ ਹੈ ਜਾਂ ਗ੍ਰਾਮ ਸੇਵਕ ਜਾਂ ਡਿਪਾਰਟਮੈਂਟ ਦੇ ਕਿਸੇ ਪਰਸਨ ਨੂੰ ਪੁੱਛ ਕੇ ਕੀ ਟੈਕਨੀਕਲ ਯੂਜ਼ ਕਰਨਾ ਹੈ। ਜ਼ਿਆਦਾਤਰ ਕੋਸ਼ਿਸ਼ ਇਹੀ ਕਰਨੀ ਹੈ ਕਿ ਜਿਹੜੇ ਅੱਜ ਤੋਂ 20 ਸਾਲ ਪਿੱਛੇ ਟੈਕਨੀਕਲ ਯੂਜ਼ ਹੁੰਦੇ ਸੀ ਉਹ ਹੀ ਟੈਕਨੀਕਲ ਯੂਜ਼ ਕਰਿਓ ਔਰ ਤੁਹਾਡੇ ਕ੍ਰਿਸ਼ੀ ਵਿਸ਼ੇਸ਼ੱਗਿਆ ਦੇ ਕਹੇ ਦੇ ਹਿਸਾਬ ਨਾਲ ਹੀ ਪੂਰੇ ਦਾ ਪੂਰਾ ਸਪਰੇਅ ਕਰਿਓ। ਜ਼ਿਆਦਾਤਰ ਕੋਸ਼ਿਸ਼ ਕਰਿਓ ਕਿ ਤੁਸੀਂ 10 ਤੋਂ ਲੈ ਕੇ 15 ਦਿਨ ਦੇ ਅੰਦਰ ਰਿਪੀਟ ਸਪਰੇਅ ਕਰਦੇ ਰਹੋ ਫਲਾਵਰਿੰਗ ਦੀ ਅਵਸਥਾ ਤੇ, ਤਾਂ ਕਿ ਤੁਹਾਡੇ ਖੇਤ ਦੇ ਅੰਦਰ ਗੁਲਾਬੀ ਸੁੰਡੀ ਪੂਰੀ ਦੀ ਪੂਰੀ ਕੰਟਰੋਲ ਰਹੇ। ਹਾਂ ਕਿਸਾਨ ਵੀਰੋ, ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਗੱਲ ਹੈ। ਵੈਸੇ ਐਗਰੀਕਲਚਰ ਡਿਪਾਰਟਮੈਂਟ ਹਰ ਸਾਲ ਇਸ ਚੀਜ਼ ਖਾਤਰ ਢੋਲ ਵਜਾਉਂਦਾ ਹੈ, ਲੇਕਿਨ ਆਪਾਂ ਉਹਨਾਂ ਚੀਜ਼ਾਂ ਤੇ ਗੌਰ ਨਹੀਂ ਕਰਦੇਗੇ। ਜਦੋਂ ਹੀ ਤੁਹਾਡੀ ਫਲਾਵਰ ਦੀ ਅਵਸਥਾ ਸਟਾਰਟ ਹੋ ਜਾਂਦੀ ਹੈ ਤੁਹਾਡੇ ਖੇਤ ਦੇ ਨਰਮੇ ਦੀ, ਤਾਂ ਤੁਸੀਂ ਉਸ ਦੇ ਅੰਦਰ ਨੀਮ ਆਇਲ ਦਾ ਯੂਜ਼ ਹਰ ਹਾਲਤ ਕਰਨਾ ਹੈ। ਉਹ ਨੀਮ ਆਇਲ ਤੁਹਾਨੂੰ ਗੁਲਾਬੀ ਸੁੰਡੀ ਤੋਂ ਜਾਂ ਉਸ ਚੀਜ਼ ਤੋਂ ਤਾਂ ਤੁਹਾਡੀ ਬਚਤ ਕਰੂਗਾ ਹੀ ਕਰੂਗਾ। ਉਹ ਨੀਮ ਆਇਲ ਤੁਹਾਨੂੰ ਐਂਡ ਤੱਕ ਬੈਨੀਫਿਟ ਦੇਊਗਾ ਜੇ ਤੁਸੀਂ 2 ਜਾਂ 3 ਰਾਊਂਡ ਨੀਮ ਆਇਲ ਦੇ ਕਰ ਲੈਂਦੇ ਹੋ ਜਾਂ ਹਰ ਇੱਕ ਸਪਰੇਅ ਦੇ ਅੰਦਰ ਨੀਮ ਆਇਲ ਮਿਲਾ ਕੇ ਕਰਦੇ ਹੋ ਜੋ ਤੁਸੀਂ ਗੁਲਾਬੀ ਸੁੰਡੀ ਤੋਂ ਰਿਲੇਟਡ ਕਰ ਰਹੇ ਹੋ। ਤਾਂ ਉਹ ਅੱਗੇ ਜਾ ਕੇ ਜਿਹੜਾ ਤੁਹਾਡੇ ਨਰਮੇ ਦੇ ਅੰਦਰ ਤੇ ਹਰਾ ਤੇਲਾ, ਸਫੇਦ ਮੱਛਰ ਜਾਂ ਕੋਈ ਥ੍ਰਿਪਸ ਵਗੈਰਾ ਕਿਸੇ ਵੀ ਤਰੀਕੇ ਦਾ ਇਨਸੈਕਟ ਆਉਣਾ ਹੈ ਤਾਂ ਉਹਨਾਂ ਤੋਂ ਵੀ ਤੁਹਾਨੂੰ ਉਹ ਨੀਮ ਆਇਲ ਬਚਾਊਗਾ। ਕਿਉਂਕਿ ਨੀਮ ਆਇਲ ਦਾ ਕੰਮ ਇਹ ਹੈ ਕਿ ਉਸ ਨੇ ਤੁਹਾਡਾ ਨਰਮੇ ਦਾ ਪੌਦਾ ਹੈ ਜਿਹੜਾ ਕੜਵਾ ਕਰ ਦੇਣਾ ਹੈ, ਤੇ ਕੜਵਾ ਕਰੇ ਬਾਅਦ ਚੋਂ ਕੋਈ ਵੀ ਹੈ। ਅਗਰ ਅੱਜ ਆਪਾਂ ਇੱਕ ਇਨਸਾਨ ਇੱਕ ਰੋਟੀ ਖਾਂਦਾ ਤਾਂ ਉਹਦੀ ਰੋਟੀ ਦੇ ਅੰਦਰ, ਉਹਦੀ ਸਬਜ਼ੀ ਦੇ ਅੰਦਰ ਕੋਈ ਕੜਵਾ ਕੋਈ ਚੀਜ਼ ਪਾ ਦੂਗਾ ਤਾਂ ਉਹ ਮਤਲਬ ਕੋਈ ਵੀ ਇਨਸਾਨ ਉਸ ਨੂੰ ਕਿਵੇਂ ਖਾਊਗਾ, ਉਸ ਖਾਣੇ ਨੂੰ, ਉਸ ਭੋਜਨ ਨੂੰ ਕਿਵੇਂ ਲਊਗਾ। ਤਾਂ ਉਹੀ ਗੱਲ ਹੈ ਕਿ ਅਗਰ ਨੀਮ ਦਾ ਛਿੜਕਾਵ ਤੁਹਾਡੇ ਖੇਤ ਦੇ ਅੰਦਰ, ਤੁਹਾਡੇ ਨਰਮੇ ਦੇ ਅੰਦਰ ਹੋਇਆ ਹੋਊਗਾ ਤਾਂ ਕਿਸੇ ਵੀ ਤਰੀਕੇ ਦਾ ਇਨਸੈਕਟ ਉਸ ਨੂੰ ਖਾਣ ਤੋਂ ਪਰਹੇਜ਼ ਕਰੂਗਾ। ਤਾਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਨੀਮ ਆਇਲ ਦਾ ਛਿੜਕਾਵ ਲਗਭਗ ਜਿਹੜੀ ਵੀ ਸਪਰੇਅ ਕਰੋ ਉਹਦੇ ਅੰਦਰ ਮਿਲਾ ਕੇ ਕਰਿਆ ਕਰੋ, ਤਾਂ ਕਿ ਤੁਸੀਂ ਹਰ ਇੱਕ ਤਰੀਕੇ ਦੇ ਇਨਸੈਕਟ ਤੋਂ ਬਚ ਸਕੋ। ਤਾਂ ਕਿਸਾਨ ਵੀਰੋ, ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈ। ਹਾਂ, ਸਿਰਫ ਤੁਸੀਂ ਗੁਲਾਬੀ ਸੁੰਡੀ ਤੋਂ ਜਾਗਰੂਕ ਹੋਣਾ ਹੈ। ਅਗਰ ਜਾਗਰੂਕ ਹੋਵੋਗੇ ਤਾਂ ਇਹੋ ਜਿਹਾ ਇਸ ਧਰਤੀ ਤੇ ਕੋਈ ਵੀ ਚੀਜ਼ ਨਹੀਂ ਹੈ ਜਿਸ ਨੂੰ ਆਪਾਂ ਕੰਟਰੋਲ ਨਾ ਕਰ ਸਕੀਏ ਜਾਂ ਜਿਸ ਤੋਂ ਆਪਾਂ ਬਚ ਨਾ ਸਕੀਏ।
हाँ ऐस तो इन्ना भी ज़्यादा निश्चिंत नहीं रहना कि हाँ गुलाबी सुंडी दे पतंगे आ रहे हैं या गुलाबी सुंडी आ रही है तो तुम निश्चिंत होए बैठे हो, तो उन्ना भी निश्चिंत नहीं होनागा, क्योंकि गुलाबी सुंडी थोड़े खेत नू 100% तक खत्म कर सकती है। क्योंकि अगर तुसी इहनू फ्लावर दी स्टेज ते कंट्रोल कर लेने हो फुल्लां दी स्टेज तक ਤਾਂ ਤੁਹਾਡੇ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਅਗਰ ਫਲਾਵਰ ਤੋਂ ਟਿੰਡਾ ਬਣ ਗਿਆ, ਟਿੰਡਾ ਬਣਨ ਬਾਅਦ ਚੋਂ ਗੁਲਾਬੀ ਸੁੰਡੀ ਕਿਸੇ ਵੀ ਤਰੀਕੇ ਦੇ ਕੋਈ ਵੀ ਟੈਕਨੀਕਲ ਨਾਲ ਕੰਟਰੋਲ ਨਹੀਂ ਹੁੰਦੀ। ਤਾਂ ਕੋਸ਼ਿਸ਼ ਇਹ ਕਰਨੀ ਹੈ ਕਿਸਾਨ ਵੀਰੋ ਕਿ ਤੁਸੀਂ ਇਹਨੂੰ ਫਲਾਵਰ ਦੀ ਸਟੇਜ ਤੇ ਜਿਵੇਂ ਹੀ ਤੁਹਾਡੇ ਖੇਤ 'ਚ ਕੋਟਨ ਤੇ ਫਲਾਵਰ ਹੋਣੇ ਸਟਾਰਟ ਆਉਂਦੇ ਆ ਤਾਂ ਤੁਸੀਂ ਟਰੈਪ ਲਾ ਕੇ ਤੁਸੀਂ ਪਹਿਲਾਂ ਉਹਦੇ ਖਾਤਰ ਜਾਗਰੂਕ ਹੋਣਾ ਹੈ ਕਿ ਹਾਂ ਪਤੰਗੇ ਹੈ ਜਾਂ ਨਹੀਂ ਹੈ। ਉਸ ਤੋਂ ਬਾਅਦ ਚੋਂ ਤੁਸੀਂ ਜੋ 10ਵੇਂ ਦਿਨ 11ਵੇਂ ਦਿਨ 12ਵੇਂ ਦਿਨ ਜੋ ਸਪਰੇਅ ਕਰਨੀ ਹੈ ਤੁਹਾਡੇ ਐਗਰੀਕਲਚਰ ਡਿਪਾਰਟਮੈਂਟ ਜਾਂ ਕ੍ਰਿਸ਼ੀ ਵਿਸ਼ੇਸ਼ज्ञ ਨਾਲ ਕਿਸੇ ਨਾਲ ਵੀ ਮਿਲ ਕੇ ਤਾਂ ਤੁਸੀਂ 10ਵੇਂ 12ਵੇਂ ਦਿਨ ਪਲੱਸ ਨੀਮ ਆਇਲ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਹਰ ਇੱਕ ਸਪਰੇਅ ਦੇ ਅੰਦਰ ਮਿਲਾ ਸਕੋ। ਕਿਸਾਨ ਵੀਰੋ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਮੇਰੀਆਂ ਅੱਗੇ ਖੇਤੀ ਤੋਂ ਰਿਲੇਟਡ ਵੀਡੀਓ ਦੇਖਣ ਲਈ ਮੇਰੇ ਚੈਨਲ ਤੇ ਨੀਚੇ ਸਬਸਕ੍ਰਾਈਬ ਦਾ ਬਟਨ ਹੈ, ਤੁਸੀਂ ਉਹ ਸਿਰਫ ਇੱਕ ਵਾਰ ਹੀ ਦਬਾਉਣਾ। ਕਈ ਬੰਦੇ 2 ਵਾਰ ਦਬਾ ਦਿੰਦੇ ਆ, ਤਾਂ 2 ਵਾਰ ਨਹੀਂ ਦਬਾਉਣਾ। ਇਸ 'ਚ ਤੁਹਾਡਾ ਕੋਈ ਵੀ ਚਾਰਜਿੰਗ ਜਾਂ ਤੁਹਾਡੇ ਕਿਸੇ ਤਰੀਕੇ ਦੇ ਪੈਸੇ ਨਹੀਂ ਲੱਗਦੇ। ਹਾਂ ਤੁਹਾਨੂੰ ਕੋਈ ਨਵੀਂ ਜਾਣਕਾਰੀ ਖੇਤੀ ਦੀ ਮਿਲਦੀ ਰਹੂਗੀ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬਿਲਕੁਲ ਨੀਚੇ ਰੈੱਡ ਬਟਨ ਤੋਂ।